ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਖੀ ਸਾਲਸਰਾਏ ਜੌਰੀ। ਇਸ ਸਾਖੀ ਵਿੱਚ ਇੱਕ ਵਾਰ ਭਾਈ ਮਰਦਾਨਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਰਸ਼ਨ ਕਰਦੇ ਹਨ, ਗੁਰੂ ਜੀ ਸਾਰੇ ਜਾਣਦੇ ਹਨ ਇਹ ਸਰੀਰ ਸਾਡੀ ਅਮੁੱਲ ਨਿਧੀ ਹੈ, ਫਿਰ ਕਿਉਂ ਲੋਕ ਇਸ ਦੇ ਨਾਲ ਨਸ਼ੇ ਅਤੇ ਵਿਕਾਰ ਕਰਕੇ ਖਿਲਵਾੜ ਕਰਦੇ ਹਨ। ਗੁਰੂ ਜੀ ਨੇ ਕਿਹਾ, ਭਾਈ ਮਰਦਾਨਾ ਜੀ, ਸਾਰੇ ਮਨੁੱਖਾਂ ਨੂੰ ਇੰਨੀ ਯੋਗਤਾ ਭਰੀ ਨਜ਼ਰ ਪ੍ਰਾਪਤ ਨਹੀਂ ਹੁੰਦੀ। ਉਹ ਇਸ ਸਰੀਰ ਰੂਪੀ ਅਮੁੱਲ ਰਤਨ ਨੂੰ ਕੌਡੀ ਬਦਲੇ ਵਿਅਰਥ ਗਵਾਉਣ ਵਿੱਚ ਵਿਅਸਤ ਹਨ, ਅਰਥਾਤ ਜਿਸ ਪਾਈ ਉੱਤੇ ਬੈਠੇ ਹਨ ਉਸ ਨੂੰ ਕੱਟਣ ਵਿੱਚ ਲੀਨ ਹਨ। ਇਸ ਲਈ ਅਗਿਆਨਤਾ ਵਸ਼ ਮਨੁੱਖ ਦੁਖੀ ਹੈ। ਜੇਕਰ ਤੁਹਾਨੂੰ ਇਸ ਵਿੱਚ ਕੋਈ ਸ਼ੱਕ ਹੈ ਤਾਂ ਤੁਸੀਂ ਇੱਕ ਪ੍ਰੀਖਿਆ ਕਰਕੇ ਵੇਖ ਸਕਦੇ ਹੋ ਕਿ ਸਾਰਿਆਂ ਨੂੰ ਇੱਕੋ ਜਿਹੀ ਨਜ਼ਰ ਪ੍ਰਾਪਤ ਨਹੀਂ ਹੁੰਦੀ। ਹਰ ਇੱਕ ਵਿਅਕਤੀ ਆਪਣੀ ਬੁੱਧੀ ਅਨੁਸਾਰ ਚੀਜ਼ ਦੀ ਕੀਮਤ ਲਗਾ ਸਕਦਾ ਹੈ, ਭਲੇ ਹੀ ਉਹ ਬੜਮੁੱਲਾ ਰਤਨ ਹੀ ਕਿਉਂ ਨਾ ਹੋਵੇ। ਇਹ ਸੁਣ ਕੇ ਭਾਈ ਮਰਦਾਨਾ ਜੀ ਬੋਲੇ, ਗੁਰੂਦੇਵ, ਇਹ ਕਿਵੇਂ ਸੰਭਵ ਹੋ ਸਕਦਾ ਹੈ? ਚੀਜ਼ ਦਾ ਜੋ ਅਸਲੀ ਮੁੱਲ ਹੈ ਉਹ ਸਾਰਿਆਂ ਲਈ ਹੈ, ਫਿਰ ਭਿੰਨ ਭਿੰਨ ਵਿਅਕਤੀ ਇੱਕ ਹੀ ਚੀਜ਼ ਦਾ ਮੁੱਲ ਵੱਖ-ਵੱਖ ਕਿਸ ਤਰ੍ਹਾਂ ਮਾਣ ਲਵੇਗਾ। ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਬੋਲੇ, ਉਹ ਵੇਖੋ, ਸਾਹਮਣੇ ਰੇਤ ਵਿੱਚ ਕੋਈ ਚੀਜ਼ ਚਮਕ ਰਹੀ ਹੈ, ਤੁਸੀਂ ਉਸ ਨੂੰ ਚੁੱਕ ਲਿਆਓ। ਭਾਈ ਮਰਦਾਨਾ ਜੀ ਨੇ ਅਜਿਹਾ ਹੀ ਕੀਤਾ। ਉਹ ਚਮਕੀਲੀ ਚੀਜ਼ ਇੱਕ ਚਮਕੀਲਾ ਰਤਨ ਸੀ। ਮਰਦਾਨਾ ਜੀ ਨੂੰ ਗੁਰੂਦੇਵ ਨੇ ਆਦੇਸ਼ ਦਿੱਤਾ, ਭਾਈ ਜੀ, ਇਸ ਨੂੰ ਨਗਰ ਵਿੱਚ ਜਾ ਕੇ ਜ਼ਿਆਦਾ ਤੋਂ ਜ਼ਿਆਦਾ ਮੁੱਲ ਉੱਤੇ ਵੇਚ ਕੇ ਵਿਖਾਓ। ਇਹ ਆਗਿਆ ਪ੍ਰਾਪਤ ਕਰਕੇ ਭਾਈ ਮਰਦਾਨਾ ਜੀ ਨਜ਼ਦੀਕ ਦੇ ਨਗਰ ਪਟਨਾ ਵਿੱਚ ਪਹੁੰਚੇ। ਉਹਨਾਂ ਨੇ ਸੁੰਦਰ ਰਤਨ ਇੱਕ ਸਬਜ਼ੀ ਦੇ ਵਿਕਰੇਤਾ ਨੂੰ ਵਿਖਾਇਆ। ਉਸਨੇ ਕਿਹਾ, ਇਹ ਸੁੰਦਰ ਪੱਥਰ ਦਾ ਟੁਕੜਾ ਹੈ, ਮੇਰੇ ਕਿਸੇ ਕੰਮ ਦਾ ਨਹੀਂ, ਪਰ ਸੁੰਦਰ ਹੈ। ਮੈਂ ਆਪਣੇ ਬੱਚਿਆਂ ਲਈ ਇਸ ਨੂੰ ਖਰੀਦ ਸਕਦਾ ਹਾਂ। ਤੁਸੀਂ ਆਪਣੀ ਲੋੜ ਅਨੁਸਾਰ ਮੇਰੇ ਵੱਲੋਂ ਬਦਲੇ ਵਿੱਚ ਸਬਜ਼ੀ ਲੈ ਸਕਦੇ ਹੋ। ਪਰ ਮਰਦਾਨਾ ਜੀ ਸੋਚਣ ਲੱਗੇ ਕਿ ਗੁਰੂਦੇਵ ਜੀ ਨੇ ਤਾਂ ਇਸ ਨੂੰ ਅਮੁੱਲ ਦੱਸਿਆ ਹੈ, ਮੈਂ ਕਿਤੇ ਦੂਜੇ ਵਪਾਰੀਆਂ ਨੂੰ ਦਿਖਾਉਂਦਾ ਹਾਂ। ਉਹ ਇੱਕ ਹਲਵਾਈ ਦੀ ਦੁਕਾਨ ਉੱਤੇ ਗਏ ਅਤੇ ਰਤਨ ਨੂੰ ਦਿਖਾਇਆ। ਰਤਨ ਵੇਖ ਕੇ ਦੁਕਾਨਦਾਰ ਨੇ ਕਿਹਾ, ਠੀਕ ਹੈ, ਇਹ ਅਤੀ ਸੁੰਦਰ ਪੱਥਰ ਹੈ, ਪਰ ਮੇਰੇ ਕਿਸੇ ਕੰਮ ਦਾ ਤਾਂ ਨਹੀਂ ਹੈ। ਜੇਕਰ ਤੁਸੀਂ ਇਸ ਨੂੰ ਵੇਚਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਢਿੱਡ ਭਰਨ ਲਈ ਭੋਜਨ, ਮਠਿਆਈ ਆਦਿ ਖਾਣ ਲਈ ਚੀਜ਼ਾਂ ਦੇ ਸਕਦਾ ਹਾਂ। ਇਸ ਪੱਥਰ ਨੂੰ ਮੈਂ ਆਪਣੇ ਤਰਾਜੂ ਉੱਤੇ ਲਗਾਵਾਂਗਾ। ਫਿਰ ਉਹ ਇੱਕ ਕੱਪੜੇ ਦੀ ਦੁਕਾਨ ਉੱਤੇ ਗਏ। ਉਸ ਨੇ ਉਹਨਾਂ ਨੂੰ ਇੱਕ ਜੋੜਾ ਵਸਤਰਾਂ ਦਾ ਦੇਣਾ ਸਵੀਕਾਰ ਕੀਤਾ। ਉੱਥੇ ਮਰਦਾਨਾ ਜੀ ਪੁੱਛਦੇ ਹਨ, ਅੱਗੇ ਇੱਕ ਜੌਰੀ ਜਾਲਸਰਾਏ ਦੀ ਦੁਕਾਨ ਉੱਤੇ ਪਹੁੰਚੇ। ਉਸ ਦੇ ਕਰਮਚਾਰੀ ਅਧਾਰਕਾਂ ਨੇ ਉਸ ਰਤਨ ਨੂੰ ਵੇਖਿਆ ਅਤੇ ਬਹੁਤ ਪ੍ਰਭਾਵਿਤ ਹੋਏ। ਕਹਿਣ ਲੱਗੇ, ਮੈਂ ਇਸ ਰਤਨ ਨੂੰ ਆਪਣੇ ਮਾਲਿਕ ਨੂੰ ਵਿਖਾ ਕੇ ਇਸ ਦਾ ਅਸਲੀ ਮੁੱਲ ਦੱਸ ਪਾਵਾਂਗਾ, ਕਿਉਂਕਿ ਇਹ ਰਤਨ ਅਸਮਾਨੀਏ ਹੈ। ਪਹਿਲਾਂ ਕਦੇ ਅਜਿਹਾ ਰਤਨ ਨਹੀਂ ਵੇਖਿਆ ਗਿਆ। ਜਦੋਂ ਸਾਲਸਰਾਏ ਨੇ ਉਹ ਰਤਨ ਵੇਖਿਆ ਤਾਂ ਸਿਰ ਝੁਕਾ ਕੇ ਰਤਨ ਨੂੰ ਪ੍ਰਣਾਮ ਕੀਤਾ ਅਤੇ ਕਿਹਾ, ਇਹ ਰਤਨ ਨਹੀਂ, ਕੁਦਰਤ ਦਾ ਕ੍ਰਿਸ਼ਮਾ ਹੈ। ਇਸ ਦੇ ਅੰਦਰ ਪ੍ਰਕਾਸ਼ ਪੁੰਜ ਇੱਕ ਵਿਸ਼ੇਸ਼ ਪ੍ਰਕਾਰ ਦਾ ਪ੍ਰਤੀਬਿੰਬ ਬਣਾਉਂਦੇ ਹਨ, ਜਿਸ ਵਿੱਚ ਸੰਕਲਿਤ ਹੈ ਕਿ ਦਰਸ਼ਨ ਭੇਂਟ 100 ਰੁਪਏ ਇਹ ਅਮੁੱਲ ਹੈ। ਮੈਂ ਇਸ ਨੂੰ ਖਰੀਦਣ ਲਾਇਕ ਨਹੀਂ ਹਾਂ, ਮੈਂ ਤਾਂ ਇਸ ਦੀ ਦਰਸ਼ਨ ਭੇਟ ਹੀ ਦੇ ਸਕਦਾ ਹਾਂ। ਉਸ ਸਮੇਂ ਮਰਦਾਨਾ ਜੀ ਦਾ ਸ਼ਾਨਦਾਰ ਸਵਾਗਤ ਅਤੇ ਭੋਜਨ ਇਤਿਆਦਿ ਵੱਲੋਂ ਮਹਿਮਾਨ ਆਦਰ ਕਰਕੇ ਕਿਹਾ, ਇਹ ਰਤਨ ਤੁਸੀਂ ਵਾਪਸ ਲੈ ਜਾਵੋ। ਮੇਰੇ ਵੱਲੋਂ ਇਸ ਦੀ ਦਰਸ਼ਨ ਭੇਟ ਸਵੀਕਾਰ ਕਰਕੇ ਆਪਣੇ ਸਵਾਮੀ ਨੂੰ ਦੇ ਦਿਓ। ਪਰ ਮਰਦਾਨਾ ਜੀ ਦਾ ਜਵਾਬ ਸੀ, ਮੈਂ ਇਹ ਪੈਸਾ ਰਾਸ਼ੀ ਬਿਨਾਂ ਕਾਰਨ ਸਵੀਕਾਰ ਨਹੀਂ ਕਰ ਸਕਦਾ, ਕਿਉਂਕਿ ਤੁਸੀਂ ਸਾਡਾ ਰਤਨ ਖਰੀਦਿਆ ਹੀ ਨਹੀਂ। ਮੈਂ ਇਹ ਰੁਪਏ ਕਿਉਂ ਲੈ ਲਵਾਂ। ਸਾਲਸਰਾਏ ਦੇ ਮਜਬੂਰ ਕਰਨ ਉੱਤੇ ਭਾਈ ਮਰਦਾਨਾ ਜੀ ਨੇ ਉਹ ਰੁਪਈਆਂ ਦੀ ਥੈਲੀ ਗੁਰੂਦੇਵ ਤੱਕ ਪਹੁੰਚਾਉਣੀ ਸਵੀਕਾਰ ਕਰ ਲਈ। ਭਾਈ ਮਰਦਾਨਾ ਜੀ ਇਹ ਥੈਲੀ ਲੈ ਕੇ ਗੁਰੂਦੇਵ ਦੇ ਸਾਹਮਣੇ ਮੌਜੂਦ ਹੋਏ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਰਦਾਨਾ ਜੀ ਨੂੰ ਕਿਹਾ
ਕਿ ਜਦੋਂ ਉਸ ਨੇ ਸਾਡਾ ਰਤਨ ਖਰੀਦਿਆ ਹੀ ਨਹੀਂ ਤਾਂ ਤੁਸੀਂ ਉਸ ਦਾ ਪੈਸਾ ਬਿਨਾਂ ਕਾਰਨ ਕਿਉਂ ਸਵੀਕਾਰ ਕੀਤਾ? ਇਹ ਪੈਸਾ ਪਰਤ ਦਿਓ। ਮਰਦਾਨਾ ਜੀ ਥੈਲੀ ਨੂੰ ਲੁਟਾਉਣ ਸਾਲਸਰਾਏ ਦੇ ਕੋਲ ਆਏ। ਸਾਲਸਰਾਏ ਅਤੇ ਉਸਦੇ ਕਰਮਚਾਰੀ ਅਦਰਕਾ ਨੇ ਸੋਚਿਆ ਕਿ ਇਹ ਰਤਨ ਦਾ ਸਵਾਮੀ ਜਾਂ ਤਾਂ ਕੋਈ ਮਹਾਨ ਧਨਵਾਨ ਹੈ ਜਿਸ ਦੇ ਲਈ ਇਹ ਬੜਮੁੱਲਾ ਪਦਾਰਥ ਸਧਾਰਨ ਜਿਹੀ ਚੀਜ਼ ਹੈ, ਜਾਂ ਕੋਈ ਮਹਾਂਪੁਰਖ ਹੋਵੇਗਾ ਜੋ ਪੈਸਾ ਸੰਪਤੀ ਦੇ ਮੋਹ ਵੱਲੋਂ ਵਿਮੁਖ ਹੈ। ਤਦ ਸਾਲਸਰਾਏ ਨੇ ਆਪਣੇ ਸੇਵਕ ਅਦਰਕਾ ਨੂੰ ਕਿਹਾ, ਠੀਕ ਹੈ, ਤੁਸੀਂ ਇਸ ਪੈਸੇ ਨੂੰ ਲੈ ਕੇ ਮਰਦਾਨਾ ਜੀ ਦੇ ਨਾਲ ਇਸ ਦੇ ਗੁਰੂ ਜੀ ਦੇ ਕੋਲ ਪਹੁੰਚੋ। ਮੈਂ ਕੁਝ ਉਪਹਾਰ ਲੈ ਕੇ ਤੁਹਾਡੇ ਪਿੱਛੇ ਪਿੱਛੇ ਆ ਰਿਹਾ ਹਾਂ। ਪਹਿਲਾਂ ਸੇਵਕ ਅਦਰਕਾ ਗੁਰੂਦੇਵ ਦੇ ਸਾਹਮਣੇ ਮੌਜੂਦ ਹੋਏ। ਉਸਨੇ ਪ੍ਰਣਾਮ ਬੰਦਨਾ ਕਰ ਉਹ ਰਤਨ ਅਤੇ 100 ਰੁਪਏ ਦੀ ਥੈਲੀ ਗੁਰੂ ਜੀ ਨੂੰ ਸਮਰਪਿਤ ਕੀਤੀ। ਗੁਰੂ ਜੀ ਨੇ ਉਸ ਉੱਤੇ ਪ੍ਰਸ਼ਨ ਕੀਤਾ, ਤੁਸੀਂ ਕੀ ਕਾਰਜ ਕਰਦੇ ਹੋ? ਸੇਵਕ ਬੋਲੇ, ਮੈਂ ਰਤਨਾਂ ਦੀ ਪ੍ਰੀਖਿਆ ਕਰਦਾ ਹਾਂ। ਗੁਰੂ ਜੀ ਬੋਲੇ, ਤਦ ਤਾਂ ਤੁਸੀਂ ਇਸ ਅਮੁੱਲ ਜੀਵਨ ਰੂਪੀ ਰਤਨ ਦੀ ਵੀ ਪ੍ਰੀਖਿਆ ਕੀਤੀ ਹੋਵੇਗੀ। ਸੇਵਕ ਬੋਲਿਆ, ਜੀ ਮੈਂ ਹੁਣ ਤੱਕ ਇਸ ਕੰਕਰ ਪੱਥਰਾਂ ਦੇ ਪ੍ਰੀਖਿਆ ਵਿੱਚ ਹੀ ਖੋਇਆ ਰਿਹਾ ਹਾਂ। ਮੈਨੂੰ ਤੁਸੀਂ ਨਜ਼ਰ ਪ੍ਰਦਾਨ ਕਰੋ ਜਿਸ ਵੱਲੋਂ ਮੈਂ ਇਸ ਕੰਕਰ ਪੱਥਰਾਂ ਉੱਪਰ ਉੱਠ ਕੇ ਜੀਵਨ ਰੂਪੀ ਅਮੁੱਲ ਨਿਧੀ ਦੀ ਜਾਂਚ ਕਰ ਸਕਾਂ ਅਤੇ ਆਪਣੇ ਬੜਮੁੱਲੇ ਸਵਾਸਾਂ ਦਾ ਸਦ ਉਪਯੋਗ ਕਰ ਸਕਾਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਤੂੰ ਵਿਵੇਕਸ਼ੀਲ ਹੈ, ਜੀਵਨ ਦੇ ਮਹੱਤਵ ਨੂੰ ਜਾਣਦਾ ਹੈ, ਪਰ ਤੈਨੂੰ ਕੇਵਲ ਮਾਰਗ ਦਰਸ਼ਨ ਦੀ ਲੋੜ ਹੈ। ਉਦੋਂ ਸਾਲਸਰਾਏ ਆਪਣੇ ਸੇਵਕਾਂ ਦੇ ਨਾਲ ਉੱਥੇ ਜਾ ਪਧਾਰੇ ਅਤੇ ਉਹਨਾਂ ਨੇ ਦੰਡਵਤ ਪ੍ਰਣਾਮ ਕਰਕੇ ਅਰਦਾਸ ਕੀਤੀ, ਤੁਸੀਂ ਇਹ ਛੋਟੀ ਭੇਂਟ ਸਵੀਕਾਰ ਕਰੋ। ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਭਗਤ ਜਨ, ਇਹ ਰੁਪਈਆਂ ਦੀ ਥੈਲੀ ਕਿਸ ਲਈ ਦੇ ਰਹੇ ਹੋ? ਸਾਲਸਰਾਏ ਜੀ ਬੋਲੇ, ਜੀ ਇਹ ਤਾਂ ਤੁਹਾਡੇ ਰਤਨ ਦੀ ਦਰਸ਼ਨ ਭੇਂਟ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਤਾਂ ਤੁਸੀਂ ਰਤਨਾਂ ਨੂੰ ਪਰਖਣ ਵਾਲੇ ਹੋ? ਸਾਲਸਰਾਏ, ਜੀ ਹਾਂ। ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ, ਤਾਂ ਇਸ ਮਨੁੱਖ ਜਨਮ ਰੂਪੀ ਰਤਨ ਨੂੰ ਤੁਸੀਂ ਖੂਬ ਪਰਖ ਕੇ ਕਸੌਟੀ ਉੱਤੇ ਕੱਸਿਆ ਹੋਵੇਗਾ। ਸਾਲਸਰਾਏ ਜੀ ਬੋਲੇ, ਨਹੀਂ ਮਹਾਰਾਜ, ਮੈਂ ਤਾਂ ਕੇਵਲ ਇਹ ਚਮਕੀਲੇ ਪੱਥਰ ਹੀ ਪਰਖ ਕੇ ਇਕੱਠੇ ਕਰ ਰਿਹਾ ਹਾਂ। ਗੁਰੂਦੇਵ ਜੀ, ਅਖੀਰ ਇਸ ਕੰਕਰ ਪੱਥਰਾਂ ਦਾ ਕੀ ਕਰੇਗਾ ਜਦੋਂ ਸਵਾਸਾਂ ਦੀ ਅਮੁੱਲ ਪੂੰਜੀ ਹੀ ਖਤਮ ਹੋ ਜਾਵੇਗੀ? ਸਾਲਸਰਾਏ ਜੀ ਬੋਲੇ, ਜੀ ਇਹ ਤਾਂ ਮੈਂ ਕਦੇ ਸੋਚਿਆ ਹੀ ਨਹੀਂ। ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਹੁਣੇ ਵੀ ਸਮਾਂ ਹੈ, ਆਪਣੀ ਨਜ਼ਰ ਬਦਲੋ, ਅਸਲੀ ਜੌਹਰੀ ਬਣੋ। ਆਪਣਾ ਜਨਮ ਸਫਲ ਕਰਨਾ ਹੀ ਮਨੁੱਖ ਦਾ ਮੁੱਖ ਲਕਸ਼ ਹੁੰਦਾ ਹੈ, ਚੁੱਕਣਾ ਨਹੀਂ। ਆਪ ਦੀ ਪਹਿਚਾਣ ਹੀ ਸਾਨੂੰ ਅਮੁੱਲ ਨਿਧੀ ਦਿੰਦੀ ਹੈ। ਸਾਨੂੰ ਆਪਣੇ ਅੰਤఃਕਰਨ ਵਿੱਚ ਛਿਪੇ ਉਸ ਪ੍ਰਭੂ ਦੇ ਅੰਸ਼ ਨੂੰ ਖੋਜਣਾ ਚਾਹੀਦਾ ਹੈ। ਠੀਕ ਉਸੀ ਪ੍ਰਕਾਰ ਜਿਸ ਤਰ੍ਹਾਂ ਤੂੰ ਰਤਨਾਂ ਵਿੱਚੋਂ ਪ੍ਰਕਾਸ਼ ਦੇ ਪੁੰਜ ਨੂੰ ਖੋਜਦਾ ਹੈ। ਤਾਂ ਸਾਲਸਰਾਏ ਜੀ ਕਹਿਣ ਲੱਗੇ, ਗੁਰੂ ਨਾਨਕ ਦੇਵ ਜੀ, ਤੁਸੀਂ ਮੇਰੇ ਉੱਤੇ ਕਿਰਪਾ ਕੀਤੀ ਹੈ ਜੋ ਮੈਨੂੰ ਜਾਗਰਤ ਕਰਨ ਜੀਵਨ ਦਾ ਲਕਸ਼ ਦੱਸਿਆ ਹੈ। ਮੈਂ ਤੁਹਾਡੇ ਦੱਸੇ ਮਾਰਗ ਅਨੁਸਾਰ ਆਪਣੇ ਅੰਦਰ ਉਸ ਪ੍ਰਭੂ ਦੇ ਅੰਸ਼ ਰੂਪੀ ਰਤਨ ਦੀ ਖੋਜ ਵਿੱਚ ਜੁਟ ਜਾਵਾਂਗਾ। ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ, ਸਾਲਸਰਾਏ, ਤੁਸੀਂ ਮਹਾਨ ਹੋ, ਪਰ ਤੁਹਾਡਾ ਸੇਵਕ ਅਦਰਕਾ ਤੁਹਾਡੇ ਵੱਲੋਂ ਵੀ ਮਹਾਨ ਹੈ, ਕਿਉਂਕਿ ਉਹ ਇਸ ਰਹੱਸ ਨੂੰ ਪਹਿਲਾਂ ਤੋਂ ਹੀ ਜਾਣਦਾ ਹੈ। ਇਸ ਲਈ ਉਹ ਆਤਮਿਕ ਦੁਨੀਆ ਵਿੱਚ ਤੁਹਾਡੇ ਨਾਲੋਂ ਵੀ ਅੱਗੇ ਹੈ। ਉਸ ਨੂੰ ਆਪਣਾ ਮਾਰਗ ਪ੍ਰਦਰਸ਼ਕ ਮੰਨ ਲਓ, ਇਸ ਵਿੱਚ ਤੁਹਾਡਾ ਕਲਿਆਣ ਹੋਵੇਗਾ। ਸਾਲਸਰਾਏ ਜੀ ਬੋਲੇ, ਜੀ ਤੁਹਾਡੀ ਜਿਸ ਤਰ੍ਹਾਂ ਦੀ ਆਗਿਆ। ਇਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਟਨਾ ਨਗਰ ਦੇ ਇੱਕ ਧਨੀ ਨੂੰ ਪੈਸੇ ਦੇ ਮੋਹ ਵੱਲੋਂ ਹਟਾ ਕੇ ਜੀਵਨ ਦਾ ਅਸਲੀ ਰਹੱਸ ਦੱਸਿਆ ਅਤੇ ਉੱਥੇ ਕੁਝ ਮਹੀਨੇ ਠਹਿਰੇ। ਸਾਲਸਰਾਏ ਅਤੇ ਸੇਵਕਾਂ ਨੂੰ ਗੁਰੂ ਉਪਦੇਸ਼ ਦਿੱਤਾ ਅਤੇ ਪਟਨਾ ਵਿੱਚ ਆਪਣਾ ਧਰਮ ਪ੍ਰਚਾਰ ਕੇਂਦਰ ਸਥਾਪਿਤ ਕੀਤਾ। ਇਸ ਦਾ ਪਹਿਲਾ ਉਪਦੇਸ਼ਕ ਵੀ ਸਾਲਸਰਾਏ ਨੂੰ ਹੀ ਨਿਯੁਕਤ ਕੀਤਾ।